ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ +1 ਜਮਾਤ ਦੀ ਪੁਸਤਕ ਮੜੀ ਦਾ ਦੀਵਾ ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ ਦੇ ਕਾਂਡ ਨੰਬਰ 4 ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਬੇਟਾ ਅਸੀਂ ਕਾਂਡ ਨੰਬਰ 4 ਦਾ ਸਾਰ ਕਰਨਾ ਹੈ ਜੋ ਕਿ ਤੁਸੀਂ ਆਪਣੀਆਂ ਕਾਪੀਜ਼ ਉੱਪਰ ਲਿਖਣਾ ਹੈ। ਓਕੇ ਬੇਟਾ, ਸਭ ਤੋਂ ਪਹਿਲਾਂ ਅਸੀਂ ਇਸ ਦਾ ਪ੍ਰਸ਼ਨ ਰੀਡ ਕਰਾਂਗੇ। ਗੁਰਦਿਆਲ ਸਿੰਘ ਜੀ ਦੀ ਰਚਨਾ ਨਾਵਲ ਮੜੀ ਦਾ ਦੀਵਾ ਦੇ ਕਾਂਡ 4 ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਨੈਕਸਟ ਬੇਟਾ ਉੱਤਰ ਹੈ। ਉੱਤਰ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਨਾਲ ਸੰਬੰਧਿਤ ਲਾਈਨਾਂ ਲਿਖਾਂਗੇ। ਕਾਂਡ 4 ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਮੜੀ ਦਾ ਦੀਵਾ ਵਿੱਚੋਂ ਲਿਆ ਗਿਆ ਹੈ ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਕਾਂਡ 4 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਜਗਸੀਰ ਆਪਣੇ ਖੇਤ ਪਹੁੰਚਦਾ ਹੈ ਤਾਂ ਉਹ ਆਪਣੀ ਕਣਕ ਦੀ ਹਰੀ ਭਰੀ ਫਸਲ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਸ ਨੇ ਆਪਣੀ ਫਸਲ ਬੜੀ ਮਿਹਨਤ ਨਾਲ ਬੀਜੀ ਸੀ। ਉਸ ਨੂੰ ਆਪਣਾ ਖੇਤ ਸੱਜਰੀ ਰੰਗੀ ਹਰੀ ਚੁੰਨੀ ਵਾਂਗ ਲੱਗਦਾ ਹੈ ਜਿਸ ਨੂੰ ਵੇਖ ਕੇ ਭੰਤੇ ਨੂੰ ਅੱਗ ਲੱਗ ਜਾਂਦੀ ਹੈ ਕਿਉਂਕਿ ਉਸ ਦੇ ਆਪਣੇ ਖੇਤਾਂ ਵਿੱਚ ਥਾਂ ਥਾਂ ਕੋਹੜੀ ਦੇ ਪਿੰਡੇ ਵਾਂਗ ਧੋੜੀਆਂ ਪਈਆਂ ਹੋਈਆਂ ਸਨ। ਬੇਸ਼ੱਕ ਭੰਤੇ ਵਾਲੇ ਖੇਤ ਦੀ ਕਣਕ ਭੰਤੇ ਅਤੇ ਉਸਦੇ ਛੋਟੇ ਭਰਾ ਜੈਬੇ ਨੇ ਬੀਜੀ ਸੀ, ਪਰ ਫਿਰ ਵੀ ਉਸ ਨੂੰ ਜਗਸੀਰ 'ਤੇ ਗੁੱਸਾ ਆ ਰਿਹਾ ਹੁੰਦਾ ਹੈ। ਹੁਣ ਦੇਖੋ ਬੇਟਾ, ਸਭ ਤੋਂ ਪਹਿਲਾਂ ਅਸੀਂ ਜਦੋਂ ਸਾਰ ਲਿਖਣਾ ਹੈ, ਪਹਿਲੇ ਸਾਡੀਆਂ ਕਾਮਨ ਲਾਈਨਸ ਆ ਗਈਆਂ। ਬੋਰਡ ਦਾ ਨਾਮ ਕੀ ਹੈ? ISC। ਪੁਸਤਕ ਦਾ ਨਾਮ ਮੜੀ ਦਾ ਦੀਵਾ ਔਰ ਕਿਸ ਦੀ ਰਚਨਾ ਹੈ? ਗੁਰਦਿਆਲ ਸਿੰਘ ਜੀ ਦੀ ਰਚਨਾ। ਫਿਰ ਨੈਕਸਟ ਬੇਟਾ ਕਾਂਡ ਦੀ ਸ਼ੁਰੂਆਤ, ਉਸ ਦੇ ਬਾਰੇ ਅਸੀਂ ਲਿਖਣਾ ਸ਼ੁਰੂ ਕਰ ਦੇਣਾ ਹੈ ਕਿ ਜਦੋਂ ਜਗਸੀਰ ਆਪਣੇ ਖੇਤ ਪਹੁੰਚਦਾ ਹੈ ਅਤੇ ਜਦੋਂ ਆਪਣੀ ਹਰੀ ਭਰੀ ਫਸਲ ਨੂੰ ਵੇਖਦਾ ਹੈ ਤਾਂ ਬਹੁਤ ਖੁਸ਼ ਹੁੰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਜਿਵੇਂ ਉਸ ਦਾ ਖੇਤ ਸੱਜਰੀ ਹਰੀ ਰੰਗੀ ਚੁੰਨੀ ਵਾਂਗ ਲੱਗ ਰਿਹਾ ਹੋਵੇ। ਪਰ ਭੰਤੇ ਨੂੰ ਜਗਸੀਰ ਦੇ ਖੇਤ ਵੱਲ ਵੇਖ ਕੇ ਅੱਗ ਲੱਗ ਜਾਂਦੀ ਹੈ। ਉਸ ਨੂੰ ਈਰਖਾ ਹੁੰਦੀ ਹੈ। ਕਿਉਂ ਈਰਖਾ ਹੁੰਦੀ ਹੈ? ਕਿਉਂਕਿ ਭੰਤੇ ਦੀ ਕਣਕ ਵਧੀਆ ਨਹੀਂ ਹੋਈ ਸੀ। ਉਸ ਦੀ ਕਣਕ ਇਸ ਤਰ੍ਹਾਂ ਹੋਈ ਸੀ ਜਿਵੇਂ ਕੋਹੜੀ ਦੇ ਪਿੰਡੇ ਦੇ ਉੱਪਰ ਥਾਂ ਥਾਂ ਧੋੜੀਆਂ ਪਈਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਉਸ ਦੀ ਕਣਕ ਵੀ ਕਿਤੇ ਕਿਤੇ ਨਹੀਂ ਉੱਗੀ ਸੀ। ਇਸ ਦਾ ਕੀ ਕਾਰਨ ਸੀ ਕਿ ਇਹ ਕਣਕ ਦੀ ਬਿਜਾਈ ਵਿੱਚ ਭੰਤੇ ਦੀ ਸਹਾਇਤਾ ਉਸਦੇ ਛੋਟੇ ਭਰਾ ਜੈਬੇ ਨੇ ਕੀਤੀ ਸੀ, ਪਰ ਫਿਰ ਵੀ ਉਸ ਨੂੰ ਜਗਸੀਰ 'ਤੇ ਗੁੱਸਾ ਆ ਰਿਹਾ ਸੀ। ਠੀਕ ਹੈ। ਨੈਕਸਟ ਬੇਟਾ, ਇਸ ਤਰ੍ਹਾਂ ਜਗਸੀਰ ਜਦੋਂ ਟਾਹਲੀ ਦੇ ਕੋਲ ਵੱਟ ਉੱਤੇ ਖੜਾ ਹੋ ਕੇ ਆਪਣੇ ਕਿਆਰਿਆਂ ਵੱਲ ਨਿਗਾਹ ਮਾਰ ਰਿਹਾ ਹੁੰਦਾ ਹੈ ਤਾਂ ਉਸ ਦੀਆਂ ਅੱਖਾਂ ਆਪਣੀ ਫਸਲ ਨੂੰ ਵੇਖ ਕੇ ਠੰਡੀਆਂ ਠੰਡੀਆਂ ਹੋ ਜਾਂਦੀਆਂ ਹਨ। ਪਰ ਉਹ ਇਸ ਤਰ੍ਹਾਂ ਆਪਣੀ ਫਸਲ ਨੂੰ ਤੱਕਦਾ ਹੋਇਆ ਭੰਤੇ ਨੂੰ ਬਹੁਤ ਭੈੜਾ ਲੱਗਦਾ ਹੈ। ਇਸ ਲਈ ਭੰਤਾ ਜਗਸੀਰ ਨੂੰ ਰੁੱਖੇ ਬੋਲ ਬੋਲਦੇ ਹੋਏ ਆਖਦਾ ਹੈ ਕਿ ਆ ਹੁਣ ਠੰਡੇ ਠੰਡੇ ਝੁੱਟੀ ਲਾ ਲਈਏ, ਬਥੇਰੀ ਹੋਊਗੀ। ਐਂ ਵੇਖੇ ਤੋਂ ਇਹਨੂੰ ਕੋਈ ਲਾਲ ਨਹੀਂ ਲੱਗਣਗੇ ਤਾਂ ਕਣਕ ਦੇ ਦਾਣੇ। ਇਹ ਸੁਣ ਕੇ ਜਗਸੀਰ ਦਾ ਜਿਵੇਂ ਸੁਪਨਾ ਹੀ ਟੁੱਟ ਜਾਂਦਾ ਹੈ ਅਤੇ ਉਹ ਚੁੱਪ ਕਰਕੇ ਭੰਤੇ ਦੇ ਪਿੱਛੇ ਖਾਲ ਸਵਾਰਨ ਲਈ ਤੁਰ ਪੈਂਦਾ ਹੈ। ਹੁਣ ਦੇਖੋ ਬੇਟਾ, ਇੱਥੇ ਕੀ ਦੱਸਿਆ ਗਿਆ ਹੈ ਕਿ ਜਦੋਂ ਜਗਸੀਰ ਆਪਣੀ ਟਾਹਲੀ ਦੀ ਵੱਟ ਦੇ ਕੋਲ ਖੜਾ ਹੋ ਕੇ ਆਪਣੀ ਸੋਹਣੀ ਕਣਕ ਨੂੰ ਵੇਖਦਾ ਹੈ ਤਾਂ ਉਸ ਨੂੰ ਬੜੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ। ਪਰ ਜਗਸੀਰ ਜਦੋਂ ਇਸ ਤਰ੍ਹਾਂ ਆਪਣੀ ਫਸਲ ਨੂੰ ਵੇਖ ਰਿਹਾ ਹੁੰਦਾ ਹੈ ਤਾਂ ਭੰਤੇ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਇਸ ਲਈ ਉਹ ਬੜੇ ਉਸ ਨੂੰ ਰੁੱਖੇ ਬੋਲ ਬੋਲਦਾ ਹੈ ਕਿ ਹੁਣ ਠੰਡੇ ਠੰਡੇ ਝੁੱਟੀ ਲਾ ਲਈਏ, ਮਤਲਬ ਸਵੇਰੇ ਸਵੇਰੇ ਛੇਤੀ ਛੇਤੀ ਕੰਮ ਖਤਮ ਕਰ ਲਈਏ। ਉਹ ਸਿਰਫ ਆਪਣੇ ਖੇਤ ਵੱਲ ਹੀ ਨਾ ਵੇਖਦਾ ਰਹੇ। ਜਗਸੀਰ ਜਦੋਂ ਭੰਤੇ ਦੀ ਇਹ ਗੱਲ ਸੁਣਦਾ ਹੈ ਤਾਂ ਉਸ ਦਾ ਜਿਵੇਂ ਸੁਪਨਾ ਹੀ ਟੁੱਟ ਜਾਂਦਾ ਹੈ। ਇਸ ਲਈ ਉਹ ਭੰਤੇ ਦੇ ਪਿੱਛੇ ਖਾਲ ਸਵਾਰਨ ਲਈ, ਮਤਲਬ ਕਿ ਆੜ ਸਾਫ਼ ਕਰਨ ਲਈ ਤੁਰ ਪੈਂਦਾ ਹੈ। ਨੈਕਸਟ ਬੇਟਾ, ਫਿਰ ਅਗਲੀ ਰਾਤ ਜਗਸੀਰ ਤੇ ਭੰਤਾ ਜਦੋਂ ਪਾਣੀ ਲਗਾਉਣ ਆਉਂਦੇ ਹਨ ਤਾਂ ਜਗਸੀਰ ਭੰਤੇ ਨੂੰ ਪਹਿਲਾਂ ਆਪਣੇ ਖੇਤ ਨੂੰ ਪਾਣੀ ਲਗਾਉਣ ਬਾਰੇ ਆਖਦਾ ਹੈ, ਪਰ ਭੰਤਾ ਉਸ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਕਿਤੇ ਭੱਜਿਆ ਜਾਂਦਾ ਹੈ। ਇਹ ਸੁਣ ਕੇ ਜਗਸੀਰ ਚੁੱਪ ਕਰ ਜਾਂਦਾ ਹੈ ਅਤੇ ਉਸ ਨੂੰ ਪੁਰਾਣੇ ਦਿਨ ਯਾਦ ਆਉਂਦੇ ਹਨ ਕਿ ਜਦੋਂ ਧਰਮ ਸਿੰਘ ਅਤੇ ਜਗਸੀਰ ਖੇਤਾਂ ਨੂੰ ਪਾਣੀ ਲਗਾਉਣ ਆਉਂਦੇ ਸਨ
ਤਾਂ ਉਹ ਪਹਿਲਾਂ ਜਗਸੀਰ ਦੇ ਕਿਆਰਿਆਂ ਨੂੰ ਪਾਣੀ ਲਗਾ ਕੇ ਫਿਰ ਦੂਸਰੇ ਪਾਸੇ ਪਾਣੀ ਵੱਢਦੇ ਸਨ। ਪਰ ਹੁਣ ਭੰਤੇ ਦਾ ਜਗਸੀਰ ਪ੍ਰਤੀ ਰੁੱਖਾ ਵਤੀਰਾ ਵੇਖ ਕੇ ਉਸ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਸਿੰਘ ਦੇ ਪਿੱਛੋਂ ਉਸ ਦੀ ਭੰਤੇ ਨਾਲ ਇੱਕ ਦਿਨ ਵੀ ਨਹੀਂ ਨਿਭਣੀ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਦੋਂ ਦੋਵੇਂ ਖਾਲ ਸਵਾਰਨ ਲਈ ਤੁਰ ਪੈਂਦੇ ਹਨ ਤੇ ਅਗਲੀ ਰਾਤ ਜਗਸੀਰ ਤੇ ਭੰਤਾ ਦੋਵੇਂ ਖੇਤਾਂ ਨੂੰ ਪਾਣੀ ਲਗਾਉਣ ਆਉਂਦੇ ਹਨ। ਪਰ ਪਹਿਲਾਂ ਜਗਸੀਰ ਭੰਤੇ ਨੂੰ ਇਹ ਆਖਦਾ ਹੈ ਕਿ ਉਹ ਉਸ ਦੇ ਖੇਤ ਨੂੰ ਪਾਣੀ ਲਗਾ ਲੈਣ, ਜਗਸੀਰ ਦੇ ਖੇਤ ਨੂੰ। ਪਰ ਭੰਤਾ ਫਿਰ ਉਦੋਂ ਉਸ ਨੂੰ ਬੜਾ ਟੁੱਟ ਕੇ ਪੈਂਦਾ ਹੈ ਕਿ ਇਹ ਕਿਤੇ ਭੱਜਿਆ ਜਾ ਰਿਹਾ ਹੈ। ਜਗਸੀਰ ਵਿਚਾਰਾ ਫਿਰ ਚੁੱਪ ਕਰ ਜਾਂਦਾ ਹੈ ਤੇ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੈ ਕਿ ਜਦੋਂ ਧਰਮ ਸਿੰਘ ਤੇ ਜਗਸੀਰ ਪਾਣੀ ਲਗਾਉਣ ਆਉਂਦੇ ਸਨ ਤੇ ਉਸ ਸਮੇਂ ਹਮੇਸ਼ਾ ਪਹਿਲਾਂ ਜਗਸੀਰ ਦੇ ਕਿਆਰਿਆਂ ਨੂੰ ਪਾਣੀ ਲਗਾਇਆ ਜਾਂਦਾ ਸੀ, ਫਿਰ ਧਰਮ ਸਿੰਘ ਦੇ ਕਿਆਰਿਆਂ ਨੂੰ ਪਾਣੀ ਲਗਾਇਆ ਜਾਂਦਾ ਸੀ। ਪਰ ਅੱਜ ਜਗਸੀਰ ਜਦੋਂ ਭੰਤੇ ਦਾ ਅਜਿਹਾ ਰੁੱਖਾ ਵਤੀਰਾ ਵੇਖਦਾ ਹੈ ਤੇ ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਧਰਮ ਸਿੰਘ ਦੇ ਪਿੱਛੋਂ ਭੰਤੇ ਦੇ ਨਾਲ ਉਸ ਦੀ ਬਿਲਕੁਲ ਨਹੀਂ ਨਿਭਣੀ। ਨੈਕਸਟ ਬੇਟਾ, ਉਧਰ ਜਗਸੀਰ ਨਾਲ ਦੇ ਖੇਤ ਵਾਲਿਆਂ ਕੋਲੋਂ ਵਕਤ ਪੁੱਛ ਕੇ ਪਾਣੀ ਵੱਢ ਲੈਂਦਾ ਹੈ ਤੇ ਭੰਤਾ ਪਾਣੀ ਵਢਾ ਕੇ ਟਾਹਲੀ ਹੇਠ ਕੱਖ ਕਾਣ ਇਕੱਠਾ ਕਰਕੇ ਅੱਗ ਮਚਾ ਲੈਂਦਾ ਹੈ ਅਤੇ ਉੱਪਰ ਭੂਰਾ ਲੈ ਕੇ ਆਰਾਮ ਨਾਲ ਟਾਹਲੀ ਦੇ ਮੁੱਢ ਨਾਲ ਲੱਗ ਕੇ ਬੈਠ ਜਾਂਦਾ ਹੈ। ਪਰ ਜਗਸੀਰ ਨੂੰ ਇਕੱਲੇ ਹੀ ਨੱਕੇ ਵੀ ਮੋੜਨੇ ਪੈਂਦੇ ਹਨ ਤੇ ਖਾਲ ਉੱਤੇ ਵੀ ਗੇੜਾ ਮਾਰਨਾ ਪੈਂਦਾ ਹੈ। ਇਸ ਤਰ੍ਹਾਂ ਜਗਸੀਰ ਨੂੰ ਇਕੱਲੇ ਪਾਣੀ ਲਗਾਉਂਦੇ ਹੋਏ ਯਾਦ ਆਉਂਦਾ ਹੈ ਕਿ ਉਹ ਅਤੇ ਧਰਮ ਸਿੰਘ ਦੋਵੇਂ ਰਲ ਮਿਲ ਕੇ ਪਾਣੀ ਲਗਾਉਂਦੇ ਸਨ। ਉਹ ਸਿਆਲ ਦੇ ਦਿਨਾਂ ਵਿੱਚ ਖੋਪੇ ਦੀਆਂ 2 ਠੂਠੀਆਂ ਤੇ ਅੱਧ ਸੇਰ ਗੁੜ ਤੁਰਦੇ ਫਿਰਦੇ ਖਾ ਲੈਂਦੇ ਸਨ ਅਤੇ ਉੱਪਰ ਕਦੇ ਖੇਸੀ ਵੀ ਨਹੀਂ ਲੈਂਦੇ ਸਨ। ਹੁਣ ਦੇਖੋ ਬੇਟਾ, ਇਸ ਤਰ੍ਹਾਂ ਜਦੋਂ ਜਗਸੀਰ ਨੂੰ ਪਤਾ ਲੱਗ ਜਾਂਦਾ ਹੈ ਕਿ ਧਰਮ ਸਿੰਘ ਦੇ ਪਿੱਛੋਂ ਉਸ ਦੀ ਭੰਤੇ ਨਾਲ ਨਹੀਂ ਨਿਭਣੀ ਤੇ ਉਸ ਤੋਂ ਬਾਅਦ ਜਗਸੀਰ ਨਾਲ ਦੇ ਖੇਤ ਵਾਲਿਆਂ ਕੋਲੋਂ ਸਮਾਂ ਪੁੱਛ ਕੇ ਪਾਣੀ ਵੱਢ ਲੈਂਦਾ ਹੈ। ਪਰ ਜੋ ਭੰਤਾ ਹੈ ਉਸ ਦੇ ਨਾਲ ਪਾਣੀ ਵਢਾ ਕੇ ਖੁਦ ਟਾਹਲੀ ਦੇ ਹੇਠਾਂ ਅੱਗ ਮਚਾ ਕੇ ਬੈਠ ਜਾਂਦਾ ਹੈ ਤੇ ਉੱਪਰ ਭੂਰਾ ਲੈ ਲੈਂਦਾ ਹੈ ਤੇ ਜਗਸੀਰ ਵਿਚਾਰੇ ਨੂੰ ਇਕੱਲੇ ਨੂੰ ਹੀ ਨੱਕੇ ਵੀ ਮੋੜਨੇ ਪੈਂਦੇ ਹਨ ਤੇ ਖਾਲ ਉੱਤੇ ਗੇੜਾ ਵੀ ਮਾਰਨਾ ਪੈਂਦਾ ਹੈ। ਫਿਰ ਉਹ ਪੁਰਾਣੇ ਦਿਨ ਯਾਦ ਕਰਦਾ ਹੈ ਕਿ ਜਦੋਂ ਉਹ ਤੇ ਧਰਮ ਸਿੰਘ ਪਾਣੀ ਲਗਾਉਣ ਆਉਂਦੇ ਸਨ ਉਹ ਦੋਵੇਂ ਰਲ ਮਿਲ ਕੇ ਕੰਮ ਕਰਦੇ ਸਨ ਤੇ ਸਿਆਲ ਦੇ ਦਿਨਾਂ ਵਿੱਚ ਉਹ ਦੋਵੇਂ ਖੋਪੇ ਦੀਆਂ 2 ਠੂਠੀਆਂ ਤੇ ਅੱਧ ਸੇਰ ਗੁੜ ਤੁਰਦੇ ਫਿਰਦੇ ਖਾ ਲੈਂਦੇ ਹੁੰਦੇ ਸਨ ਤੇ ਇੱਥੋਂ ਤੱਕ ਕਿ ਕਦੇ ਉੱਪਰ ਕੋਈ ਖੇਸੀ ਵੀ ਨਹੀਂ ਲੈਂਦੇ ਸਨ। ਠੀਕ ਹੈ ਬੇਟਾ। ਨੈਕਸਟ ਹੈ, ਫਿਰ ਜਗਸੀਰ ਜਦੋਂ ਇਹਨਾਂ ਸੋਚਾਂ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਖਾਲ ਵਿੱਚ ਪਾਣੀ ਘੱਟ ਆਉਂਦਾ ਲੱਗਦਾ ਹੈ। ਇਸ ਲਈ ਉਹ ਭੰਤੇ ਨੂੰ ਆਖਦਾ ਹੈ ਕਿ ਉਹ 2-4 ਨੱਕੇ ਮੋੜ ਲਵੇ ਕਿਉਂਕਿ ਉਹ ਕੱਸੀ ਤੇ ਗੇੜਾ ਮਾਰਨ ਚੱਲਿਆ ਹੈ। ਪਰ ਭੰਤਾ ਜਗਸੀਰ ਦੇ ਕਹਿਣ ਤੇ ਵੀ ਨਹੀਂ ਉੱਠਦਾ, ਸਗੋਂ ਉਸ ਨੂੰ ਰੁੱਖਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਕੱਸੀ 90 ਕੋ ਵਾਟ ਹੈ, ਉਹ ਅੱਧਾ ਕਿਆਰਾ ਰਮਦੇ ਮੋੜ ਆਵੇਗਾ। ਜੇ ਬਹੁਤੀ ਗੱਲ ਹੈ ਤਾਂ ਉਹ 2 ਕਿਆਰਿਆਂ ਦੇ ਮੂੰਹ ਇਕੱਠੇ ਵੱਢ ਜਾਵੇ। ਇਹ ਸੁਣ ਕੇ ਜਗਸੀਰ 2 ਕਿਆਰਿਆਂ ਦੇ ਮੂੰਹ ਇਕੱਠੇ ਵੱਢ ਕੇ ਕੱਸੀ ਵੱਲ ਚਲਾ ਜਾਂਦਾ ਹੈ। ਹੁਣ ਦੇਖੋ ਬੇਟਾ, ਨੈਕਸਟ ਕੀ ਹੈ। ਜਦੋਂ ਜਗਸੀਰ ਪੁਰਾਣੇ ਦਿਨ ਯਾਦ ਕਰ ਰਿਹਾ ਸੀ ਤੇ ਉਹਨਾਂ ਸੋਚਾਂ ਤੋਂ ਜਦੋਂ ਬਾਹਰ ਨਿਕਲਦਾ ਹੈ ਤੇ ਉਹ ਵੇਖਦਾ ਹੈ ਕਿ ਖਾਲ ਵਿੱਚ ਆੜ ਵਿੱਚ ਪਾਣੀ ਘੱਟ ਆ ਰਿਹਾ ਸੀ। ਇਸ ਲਈ ਉਹ ਭੰਤੇ ਨੂੰ ਕਹਿੰਦਾ ਹੈ ਕਿ ਉਹ 2-4 ਨੱਕੇ ਮੋੜ ਲਵੇ ਕਿਉਂਕਿ ਜਗਸੀਰ ਨੇ ਕੱਸੀ ਤੇ ਗੇੜਾ ਮਾਰਨ ਜਾਣਾ ਸੀ। ਪਰ ਭੰਤੇ ਤੇ ਉਸ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਨਹੀਂ ਹੁੰਦਾ, ਸਗੋਂ ਉਲਟਾ ਹੀ ਉਹ ਉਸ ਨੂੰ ਰੁੱਖਾ ਜਵਾਬ ਦਿੰਦਾ ਹੈ ਕਿ ਕੱਸੀ ਕਿਹੜੀ 90 ਕੋ ਵਾਟ 'ਤੇ ਹੈ, ਮਤਲਬ ਕਿਹੜੀ ਜ਼ਿਆਦਾ ਦੂਰ ਹੈ। ਉਹ ਜਦੋਂ ਅੱਧਾ ਕਿਆਰਾ ਰਮਦੇ ਮੋੜ ਆਵੇਗਾ, ਮਤਲਬ ਕਿ ਜਦੋਂ ਤੱਕ ਅੱਧਾ ਕਿਆਰਾ ਭਰਨਾ ਹੈ ਉਸਨੇ ਵਾਪਸ ਆ ਜਾਣਾ ਹੈ। ਫਿਰ ਨਾਲ ਹੀ ਉਸਨੂੰ ਇਹ ਵੀ ਗੱਲ ਆਖਦਾ ਹੈ ਕਿ ਜੇ ਬਹੁਤੀ ਗੱਲ ਹੈ ਤਾਂ 2 ਕਿਆਰਿਆਂ ਦੇ ਇਕੱਠੇ ਮੂੰਹ ਵੱਢ ਜਾਵੇ। ਠੀਕ ਹੈ। ਤੇ ਫਿਰ ਜਦੋਂ ਜਗਸੀਰ 2 ਕਿਆਰਿਆਂ ਦੇ ਇਕੱਠੇ ਮੂੰਹ ਵੱਢ ਕੇ ਕੱਸੀ ਵੱਲ ਚਲਾ ਜਾਂਦਾ ਹੈ। ਠੀਕ ਹੈ ਬੇਟਾ। ਨੈਕਸਟ ਦੇਖੋ, ਉਹ ਵੇਖਦਾ ਹੈ ਕਿ ਇੱਕ ਥਾਂ ਖਾਲ ਵਿੱਚ ਕਾਫੀ ਘਾਹ ਫੂਸ ਅੜਿਆ ਹੋਇਆ ਸੀ ਜਿਸ ਨੂੰ ਜਗਸੀਰ ਸਲੰਗ ਨਾਲ ਬਾਹਰ ਕੱਢ ਦਿੰਦਾ ਹੈ।
ਉਹ ਜਦੋਂ ਵਾਪਸ ਆਉਂਦਾ ਹੈ ਤਾਂ ਭੰਤਾ ਉਸ ਨੂੰ ਮਾੜੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਹੈ। ਉਸ ਸਮੇਂ ਜਗਸੀਰ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਉਹ ਭੰਤੇ ਦੇ ਅਜਿਹੇ ਰਵੱਈਏ ਪ੍ਰਤੀ ਹੈਰਾਨੀ ਪ੍ਰਗਟ ਕਰਦਾ ਹੈ। ਤਾਂ ਭੰਤਾ ਉਸ ਉੱਤੇ ਦੋਸ਼ ਲਗਾਉਂਦੇ ਹੋਏ ਆਖਦਾ ਹੈ ਕਿ ਉਹ ਬਹਾਨੇ ਨਾਲ ਆਪਣੇ ਕਿਆਰਿਆਂ ਵੱਲ ਪਾਣੀ ਵੱਢ ਗਿਆ ਸੀ। ਇਹ ਸੁਣ ਕੇ ਜਗਸੀਰ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਜਦੋਂ ਉਹ ਆਪਣੇ ਕਿਆਰਿਆਂ ਵੱਲ ਜਾਂਦਾ ਹੈ ਤਾਂ ਉਸ ਦਾ ਮਨ ਪਾਣੀ ਉਸ ਦੇ ਆਪਣੇ ਕਿਆਰਿਆਂ ਵੱਲ ਟੁੱਟਾ ਹੋਇਆ ਵੇਖ ਕੇ ਨਿਢਾਲ ਹੋ ਜਾਂਦਾ ਹੈ। ਹੁਣ ਦੇਖੋ ਬੇਟਾ ਨੈਕਸਟ ਕੀ ਹੈ। ਜਦੋਂ ਜਗਸੀਰ ਕੱਸੀ ਤੇ ਗੇੜਾ ਮਾਰਨ ਜਾਂਦਾ ਹੈ ਤੇ ਉਹ ਵੇਖਦਾ ਹੈ ਕਿ ਖਾਲ ਵਿੱਚ ਆੜ ਵਿੱਚ ਸੱਚਮੁੱਚ ਹੀ ਘਾਹ ਫੂਸ ਅੜਿਆ ਹੋਇਆ ਸੀ, ਜਿਸ ਕਰਕੇ ਪਾਣੀ ਘੱਟ ਆ ਰਿਹਾ ਸੀ। ਇਸ ਲਈ ਆਪਣੀ ਸਲੰਗ ਦੇ ਨਾਲ ਉਹ ਜੋ ਘਾਹ ਫੂਸ ਅੜਿਆ ਸੀ ਉਸ ਨੂੰ ਬਾਹਰ ਕੱਢ ਦਿੰਦਾ ਹੈ। ਤੇ ਜਦੋਂ ਵਿਚਾਰਾ ਜੇ ਵਾਪਸ ਆਉਂਦਾ ਹੀ ਹੈ ਤੇ ਭੰਤਾ ਉਸ ਨੂੰ ਆਉਂਦਿਆਂ ਸਾਰੀ ਮਾੜੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਹੈ। ਪਰ ਜਗਸੀਰ ਨੂੰ ਕੋਈ ਗੱਲ ਸਮਝ ਹੀ ਨਹੀਂ ਲੱਗਦੀ, ਇਸ ਲਈ ਉਹ ਉਸ ਦੇ ਅਜਿਹੇ ਰਵੱਈਏ ਪ੍ਰਤੀ ਹੈਰਾਨੀ ਪ੍ਰਗਟ ਕਰਦਾ ਹੈ। ਠੀਕ ਹੈ, ਫਿਰ ਭੰਤਾ ਉਸ ਤੇ ਦੋਸ਼ ਮੜਦਾ ਹੈ। ਕਿਹੜਾ ਦੋਸ਼ ਲਗਾਉਂਦਾ ਹੈ ਕਿ ਜਗਸੀਰ ਜਾਣ-ਬੁੱਝ ਕੇ ਆਪਣੇ ਕਿਆਰਿਆਂ ਵੱਲ ਪਾਣੀ ਲਗਾ ਗਿਆ ਸੀ। ਤੇ ਜਗਸੀਰ ਦੇ ਕੰਨੀ ਜਦੋਂ ਇਹ ਸ਼ਬਦ ਪੈਂਦੇ ਹਨ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ। ਫਿਰ ਇਸ ਤੋਂ ਬਾਅਦ ਜਦੋਂ ਉਹ ਆਪਣੇ ਕਿਆਰਿਆਂ ਵੱਲ ਜਾਂਦਾ ਹੈ ਤੇ ਉਹ ਵੇਖਦਾ ਹੈ ਕਿ ਸੱਚਮੁੱਚ ਹੀ ਪਾਣੀ ਉਸ ਦੇ ਕਿਆਰਿਆਂ ਵੱਲ ਟੁੱਟ ਗਿਆ ਸੀ ਤੇ ਇਹ ਵੇਖ ਕੇ ਉਸ ਦਾ ਮਨ ਨਿਢਾਲ ਹੋ ਜਾਂਦਾ ਹੈ। ਨੈਕਸਟ ਬੇਟਾ, ਇਸ ਲਈ ਉਹ ਖਾਲ ਦੇ ਕੋਲ ਕਹੀ ਦੇ ਦਸਤੇ ਤੇ ਸਿਰ ਰੱਖ ਕੇ ਬੈਠ ਜਾਂਦਾ ਹੈ। ਫਿਰ ਉਹ ਡੱਬੀ ਵਿੱਚੋਂ ਅਫੀਮ ਦਾ ਇੱਕ ਮਾਵਾ ਕੱਢ ਕੇ ਖਾ ਲੈਂਦਾ ਹੈ। ਇਸ ਉਪਰੰਤ ਜਗਸੀਰ ਨੂੰ ਆਪਣੀਆਂ ਲੱਤਾਂ ਵਿੱਚ ਸੱਤ ਆਉਂਦਾ ਜਾਪਦਾ ਹੈ ਅਤੇ ਜਦੋਂ ਵਾਰੀ ਖਤਮ ਹੋਣ ਵਿੱਚ ਅੱਧਾ ਕੁ ਘੰਟਾ ਰਹਿ ਜਾਂਦਾ ਹੈ ਤਾਂ ਉਸ ਸਮੇਂ ਤੱਕ ਜਗਸੀਰ ਦੀਆਂ ਲੱਤਾਂ ਜਵਾਬ ਦੇ ਚੁੱਕੀਆਂ ਹੁੰਦੀਆਂ ਹਨ। ਇਸ ਲਈ ਉਹ ਖੇਸ ਦੀ ਬੁੱਕਲ ਮਾਰ ਕੇ ਟਾਹਲੀ ਹੇਠ ਆਪਣੇ ਪਿਓ ਦੀ ਮੜੀ ਉੱਤੇ ਸਿਰ ਰੱਖ ਕੇ ਗੁੱਛਾ ਮੁੱਛਾ ਹੋ ਕੇ ਲੰਮੇ ਪੈ ਜਾਂਦਾ ਹੈ। ਤੇ ਜਦੋਂ ਉਹ ਖਾਸਾ ਦਿਨ ਚੜ੍ਹਨ ਤੇ ਘਰ ਪਹੁੰਚਦਾ ਹੈ ਤਾਂ ਉਸ ਨੂੰ ਕੜਾਕੇ ਦਾ ਤਾਪ ਚੜ੍ਹ ਜਾਂਦਾ ਹੈ। ਠੀਕ ਹੈ ਬੇਟਾ, ਹੁਣ ਦੇਖੋ ਜਦੋਂ ਜਗਸੀਰ ਆਪਣੇ ਕਿਆਰਿਆਂ ਵੱਲ ਪਾਣੀ ਟੁੱਟਾ ਹੋਇਆ ਵੇਖਦਾ ਤਾਂ ਉਸ ਦਾ ਮਨ ਦੁਖੀ ਹੁੰਦਾ ਹੈ। ਉਹ ਵਿਚਾਰਾ ਉੱਥੇ ਹੀ ਖਾਲ ਦੇ ਕੋਲ ਕਹੀ ਰੱਖਦਾ ਹੈ ਤੇ ਉਸ ਦੇ ਦਸਤੇ ਤੇ ਸਿਰ ਰੱਖ ਕੇ ਬੈਠ ਜਾਂਦਾ ਹੈ। ਫਿਰ ਅਫੀਮ ਦਾ ਇੱਕ ਮਾਵਾ ਖਾ ਲੈਂਦਾ ਹੈ ਤੇ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੀਆਂ ਲੱਤਾਂ ਵਿੱਚ ਕੁਝ ਜਾਨ ਆ ਗਈ ਹੈ। ਤੇ ਜਦੋਂ ਵਾਰੀ ਖਤਮ ਹੋਣ ਵਾਲੀ ਸੀ, ਅੱਧਾ ਘੰਟਾ ਰਹਿ ਗਿਆ ਸੀ ਤੇ ਉਸ ਸਮੇਂ ਤੱਕ ਜਗਸੀਰ ਦੀਆਂ ਲੱਤਾਂ ਜਵਾਬ ਦੇ ਚੁੱਕੀਆਂ ਹੁੰਦੀਆਂ ਹਨ, ਕਿਉਂਕਿ ਠੰਡ ਬਹੁਤ ਸੀ, ਉਸਦੇ ਪੈਰ ਵੀ ਸੁੰਨ ਹੋ ਗਏ ਸਨ ਤੇ ਉਹ ਵਿਚਾਰਾ ਇਕੱਲਾ ਹੀ ਪਾਣੀ ਲਗਾ ਰਿਹਾ ਸੀ। ਭੰਤੇ ਨੇ ਉਸਦਾ ਕੋਈ ਸਾਥ ਨਹੀਂ ਦਿੱਤਾ ਸੀ। ਫਿਰ ਇਸ ਤੋਂ ਬਾਅਦ ਉਹ ਖੇਸ ਦੀ ਬੁੱਕਲ ਮਾਰ ਕੇ ਟਾਹਲੀ ਹੇਠਾਂ ਆ ਜਾਂਦਾ ਹੈ ਤੇ ਆਪਣੇ ਪਿਓ ਦੀ ਮੜੀ ਦੇ ਉੱਪਰ ਸਿਰ ਰੱਖ ਕੇ ਇਕੱਠਾ ਜਿਹਾ ਹੋ ਕੇ ਲੰਮਾ ਪੈ ਜਾਂਦਾ ਹੈ ਤੇ ਉੱਥੇ ਹੀ ਉਸਦੀ ਅੱਖ ਲੱਗ ਜਾਂਦੀ ਹੈ। ਤੇ ਜਦੋਂ ਖਾਸਾ ਦਿਨ ਚੜ੍ਹਨ ਤੇ ਉਸਦੀ ਅੱਖ ਖੁੱਲ੍ਹਦੀ ਹੈ ਤੇ ਉਹ ਜਦੋਂ ਘਰ ਪਹੁੰਚਦਾ ਹੈ ਤਾਂ ਉਸਨੂੰ ਠੰਡ ਲੱਗਣ ਕਾਰਨ ਕੜਾਕੇ ਦਾ ਤਾਪ ਚੜ੍ਹ ਜਾਂਦਾ ਹੈ। ਓਕੇ ਬੇਟਾ, ਇੱਥੇ ਤੱਕ ਸਾਡਾ ਕਾਂਡ ਨੰਬਰ 4 ਦਾ ਸਾਰ ਕੰਪਲੀਟ ਹੋ ਗਿਆ ਤੇ ਇਹ ਸਾਰ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਲਿਖਣਾ ਹੈ। ਓਕੇ ਬੇਟਾ, ਥੈਂਕ ਯੂ।